ਧੰਨ ਵਾਹਿਗੁਰੂ ਜੀਓ। ਸ਼ਲੋਕ ਮਹਲਾ ਪਹਿਲਾ। ਪੜ੍ਹ ਪੜ੍ਹ ਗੱਡੀ ਲੱਦੀ ਐ, ਪੜ੍ਹ ਪੜ੍ਹ ਭਰੀਐ ਸਾਥ, ਪੜ੍ਹ ਪੜ੍ਹ ਵੇੜੀ ਪਾਈ ਐ, ਪੜ੍ਹ ਪੜ੍ਹ ਗੱਡੀਐ ਖਾਤ, ਪੜ੍ਹੀਐ ਹੈ ਜੇਤੇ ਬਰਸ ਬਰਸ, ਪੜ੍ਹੀਐ ਜੇਤੇ ਮਾਸ, ਪੜ੍ਹੀਐ ਜੇਤੀ ਆਰਜਾ, ਪੜ੍ਹੀਐ ਹੈ ਜੇਤੇ ਸਾਸ। ਨਾਨਕ ਲਿਖੈ ਇੱਕ ਗੱਲ, ਹੋਰ ਹਉਮੈ ਝਖਣਾ ਝਾਖ। ਮਹਲਾ ਪਹਿਲਾ। ਲਿਖ ਲਿਖ ਪੜ੍ਹਿਆ ਤੇਤਾ ਕੜ੍ਹਿਆ, ਬਹੁ ਤੀਰਥ ਭਵਿਆ ਤੇਤੋ ਲਵਿਆ, ਬਹੁ ਭੇਖ ਕੀਆ ਦੇਹੀ ਦੁਖ ਦੀਆ, ਸੋ ਵੇ ਜੀਆ ਆਪਣਾ ਕੀਆ। ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਭਾਇਆ। ਬਸਤਰ ਨਾ ਪਹਿਰੈ ਅਹਨਿਸ ਕਹਿਰੈ, ਮੋਨ ਵਿਗੂਤਾ ਕਿਉ ਜਾਗੈ ਗੁਰ ਬਿਨ ਸੂਤਾ। ਪੱਗ ਭੇਤਾਣਾ ਆਪਣਾ ਕੀਆ ਕਮਾਣਾ, ਆਲ ਮਲ ਖਾਈ ਸਿਰ ਛਾਈ ਪਾਈ। ਮੂਰਖ ਅੰਧੈ ਪਤ ਗਵਾਈ, ਵਿਣ ਨਾਵੇਂ ਕਿਛ ਥਾਇ ਨਾ ਪਾਈ। ਰਹਿ ਬੇਬਾਣੀ ਮੜੀ ਮਸਾਣੀ, ਅੰਧ ਨਾ ਜਾਣੈ ਫਿਰ ਪਛੁਤਾਣੀ। ਸਤਿਗੁਰ ਭੇਟੇ ਸੋ ਸੁਖ ਪਾਏ, ਹਰਿ ਕਾ ਨਾਮ ਮਨ ਵਸਾਏ। ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸੇ ਤੇ ਨਿਹ ਕੇਵਲ, ਹਉਮੈ ਸ਼ਬਦ ਜਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦੀਨ ਦੁਨੀ ਦੇ ਮਾਲਕ, ਗਰੀਬ ਨਵਾਜ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਹਜ਼ੂਰ ਗੁਰੂ ਮਹਾਰਾਜ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵੱਡੇ ਭਾਗ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ। ਸਤਿਗੁਰੂ ਜੀ ਦੀ ਅੰਮ੍ਰਿਤਮਈ ਹਜ਼ੂਰੀ ਵਿੱਚ ਜੁੜ ਬੈਠ ਕੇ ਮਹਾਰਾਜ ਦੀ ਪਾਵਨ ਬਾਣੀ ਨਾਲ ਸਾਂਝ ਬਣਾ ਕੇ ਆਪ ਜੀ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਸਾਰਥਕ ਬਣਾ ਰਹੇ ਹੋ। ਪਾਤਸ਼ਾਹ ਜੀ ਦੀ ਬਾਣੀ ਦੇ ਪਾਠ ਉਪਰੰਤ ਗੁਰਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਪ੍ਰੇਮ ਨਾਲ ਸਰਵਣ ਕੀਤੇ ਨੇ। ਆਸਾ ਦੀ ਵਾਰ ਦੀ ਪਾਵਨ ਬਾਣੀ, ਜਿਸ ਦੀਆਂ ਪਿਛਲੇਰੇ ਦੀਵਾਨਾਂ ਵਿੱਚ ਆਪਾਂ ਤਕਰੀਬਨ 8 ਪੌੜੀਆਂ ਦੀ ਸਲੋਕਾਂ ਸਹਿਤ ਲਗਾਤਾਰ ਵਿਚਾਰ
ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਮਤ ਬੁੱਧ ਸਮਰੱਥਾ ਅਨੁਸਾਰ ਕਰਨ ਦਾ ਆਖਰੀ ਯਤਨ ਕੀਤਾ ਹੈ। 9ਵੀਂ ਪੌੜੀ ਨਾਲ ਸੰਬੰਧਿਤ 2 ਸ਼ਲੋਕਾਂ ਦਾ ਪਾਠ ਆਪ ਜੀ ਨੇ ਹੁਣੇ ਹੀ ਦਾਸ ਪਾਸੋਂ ਸਰਵਣ ਕੀਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 467 ਅਤੇ 68 ਉੱਪਰ ਇਹ ਪਾਵਨ ਸ਼ਲੋਕ ਅੰਕਿਤ ਨੇ। ਪੌੜੀ ਦੇ ਵਿੱਚ ਜਿਹੜਾ ਭਾਵ ਹੈ ਉਸ ਦੀ ਵਿਆਖਿਆ ਗੁਰੂਦੇਵ ਸ਼ਲੋਕਾਂ ਵਿੱਚ ਕਰਦੇ ਨੇ, ਜਾਂ ਇਉਂ ਕਹਿ ਲਓ ਸ਼ਲੋਕਾਂ ਵਿੱਚ ਮਹਾਰਾਜ ਨੇ ਜਿਸ ਚੀਜ਼ ਦੀ ਵਿਆਖਿਆ ਕੀਤੀ ਹੈ, ਓੜਕ ਨੂੰ ਜਿਹੜਾ ਮਾਰਗ ਹੈ ਮਹਾਰਾਜ ਨੇ ਉਹ ਪੌੜੀ ਦੀਆਂ ਅਖੀਰਲੀਆਂ ਪੰਕਤੀਆਂ ਵਿੱਚ ਬਿਆਨ ਕੀਤਾ ਹੁੰਦਾ ਹੈ। ਤੋ ਪੌੜੀ ਦੀ ਅਖੀਰਲੀ ਪੰਕਤੀ ਹੈ, 3 ਮੰਗਾਂ ਜੇ ਤੁਝੇ ਤੇ ਆਇਂਦੇ। ਇੱਕ ਅਰਦਾਸ ਹੈ, ਇੱਕ ਬਿਨੈ ਹੈ, ਇੱਕ ਜੋਦੜੀ ਹੈ। ਹੇ ਮੇਰੇ ਮਾਲਕ ਵਾਹਿਗੁਰੂ, ਮੈਂ ਉਹਨਾਂ ਦੀ ਸੋਹਬਤ ਸੰਗਤ ਮੰਗਦਾ ਹਾਂ ਜਿਹੜੇ ਸਦਾ ਤੈਨੂੰ ਯਾਦ ਕਰਦੇ ਨੇ, ਤੈਨੂੰ ਧਿਆਉਂਦੇ ਨੇ, ਤੇਰੇ ਨਾਲ ਜੁੜੇ ਹੋਏ ਨੇ। ਉਹਨਾਂ ਨੂੰ ਮਹਾਰਾਜ ਨੇ ਪੌੜੀ ਦੇ ਵਿੱਚ ਭਗਤ ਲਿਖਿਆ, ਭਗਤ ਤੇਰਾ ਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ। ਉਹ ਤੇਰੇ ਦਰ ਉੱਤੇ ਭਾਵ ਤੈਨੂੰ ਸਮਰਪਿਤ ਹੋ ਕੇ ਜਦੋਂ ਤੇਰੀ ਸਿਫਤ ਵਿੱਚ ਜੁੜਦੇ ਨੇ, ਤੇਰੇ ਗੁਣਾਂ ਨੂੰ, ਤੇਰੇ ਹੁਕਮ ਨੂੰ, ਤੇਰੀ ਰਜ਼ਾ ਨੂੰ ਮਿੱਠਾ ਕਰਕੇ ਮੰਨਦੇ ਨੇ, ਤੇਰੀ ਯਾਦ ਦੇ ਸਹਾਰੇ ਉਹ ਜੀਵਨ ਬਤੀਤ ਕਰਦੇ ਬੜੇ ਸੋਹਣੇ ਲੱਗਦੇ ਨੇ। ਉਹਨਾਂ ਦਾ ਆਤਮਿਕ ਜੀਵਨ ਬੜਾ ਸੁਹੱਪਣ ਵਾਲਾ ਹੈ, ਉਹਨਾਂ ਦੇ ਕਰਮ ਬੜੇ ਉਜਲੇ ਹਨ। ਪਰ ਸਤਿਗੁਰੂ ਮਹਾਰਾਜ ਨੇ ਇੱਥੋਂ ਤੱਕ ਪਹੁੰਚਣ ਲਈ, ਕਿਉਂਕਿ ਇਸ ਤੋਂ ਪਿਛਲੇਰੀ ਪੌੜੀ ਨਾਲ ਸੰਬੰਧਿਤ ਸ਼ਲੋਕਾਂ ਵਿੱਚ ਵੀ ਇੱਕ ਪ੍ਰਕਰਨ ਚੱਲ ਰਿਹਾ ਸੀ, ਸਤਿਗੁਰੂ ਨੇ ਆਖਿਆ ਵੀ ਬਾਕੀ ਦੇ ਜਿਤਨੇ ਵੀ ਅਸੀਂ ਕਰਮ ਕਾਂਡ ਕਰਦੇ ਹਾਂ, ਪਰਮੇਸ਼ਰ ਦੀ ਸਿਫਤ ਸਲਾਹ ਦੇ ਤੁੱਲ ਕੋਈ ਚੀਜ਼ ਨਹੀਂ। ਭਾਵ ਵਾਹਿਗੁਰੂ ਦੀ ਸਿਫਤ ਦਾ ਦਰਜਾ ਸਭ ਤੋਂ ਉੱਚਾ ਹੈ, ਬਾਕੀ ਚੀਜ਼ਾਂ ਸਾਰੀਆਂ ਤੁੱਛ ਹਨ। ਸਿਫਤ ਸਲਾਹ ਪਰਮੇਸ਼ਰ ਦਾ ਨਾਮ ਸਾਨੂੰ ਆਪਣੀ ਹਉਂ ਤੋਂ ਨਿਜਾਤ ਪਾ ਕੇ ਸਮਰਪਣ ਹੋਣ ਦਾ ਵੱਲ ਸਿਖਾਉਂਦਾ ਹੈ, ਅਭੇਦ ਕਰਦਾ ਹੈ ਪਰਮੇਸ਼ਰ ਦੇ ਵਿੱਚ। ਬਾਕੀ ਜਿਤਨੇ ਕਰਮ ਹਨ ਉਹ ਸਾਡੀ ਹਉਂ ਵਿੱਚ ਵਾਧਾ ਕਰ ਦਿੰਦੇ ਹਨ। ਸਤਿਗੁਰੂ ਮਹਾਰਾਜ ਨੇ ਪਹਿਲੇ ਸ਼ਲੋਕ ਵਿੱਚ ਧਰਮ ਪੁਸਤਕਾਂ ਨੂੰ, ਧਰਮ ਗ੍ਰੰਥਾਂ ਨੂੰ, ਯਥਾ ਹੋਰ ਵਿੱਦਿਆ ਨੂੰ ਪੜ੍ਹਨ ਦੇ ਨਾਲ ਨਾਲ ਉਹਨਾਂ ਨੂੰ ਪੜ੍ਹ ਕੇ ਜੋ ਹਉਂ ਜੀਵਨ ਵਿੱਚ ਟਿਕਦੀ ਹੈ, ਜੋ ਦਾਵਾ ਪੈਦਾ ਹੁੰਦਾ ਹੈ, ਉਸ ਬਾਰੇ ਗੱਲ ਕੀਤੀ ਹੈ। ਪੁਰਾਤਨ ਜਨਮ ਸਾਖੀ ਵਿੱਚ ਇੱਕ ਸਾਖੀ ਦਰਜ ਹੈ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਮੇਰ ਪਰਬਤ ਵੱਲੋਂ, ਕੈਲਾਸ਼ ਪਰਬਤ ਵੱਲੋਂ ਜੋਗੀਆਂ ਨਾਲ, ਸਿੱਧਾਂ ਨਾਲ ਚਰਚਾ ਕਰਕੇ, ਸੰਵਾਦ ਕਰਕੇ ਵਾਪਸ ਪਰਤ ਰਹੇ ਨੇ। ਮਟਨ ਇੱਕ ਨਗਰ ਦਾ ਨਾਮ ਹੈ ਕਸ਼ਮੀਰ ਵਿੱਚ। ਇੱਥੇ ਇੱਕ ਬੜਾ ਵੱਡਾ ਮੰਦਰ ਹੈ, ਬੜਾ ਮਸ਼ਹੂਰ ਮੰਦਰ ਹੈ, ਮਾਰਤੰਡ ਮੰਦਰ। ਇੱਥੋਂ ਦਾ ਇੱਕ ਮੁੱਖ ਪੁਜਾਰੀ ਸੀ ਜਿਸ ਦਾ ਨਾਮ ਸੀ ਬ੍ਰਹਮਦਾਸ, ਬੜਾ ਵਿਦਵਾਨ। ਉਸਨੇ ਆਪਣੀ ਸਾਰੀ ਆਯੂ, ਸਾਰੀ ਉਮਰ ਇਹਨਾਂ ਗ੍ਰੰਥਾਂ ਨੂੰ ਪੜ੍ਹਨ, ਵਾਚਣ, ਵਿਚਾਰਨ ਅਤੇ ਸਮਝਣ ਉੱਤੇ ਲਾਈ। ਨਿਸ਼ਚੈ ਇਹ ਕੋਈ ਸੌਖਾ ਕੰਮ ਨਹੀਂ ਹੁੰਦਾ। ਇਸ ਦਾ ਨਗਰ ਹੈ ਬੀਜ ਬਿਹਾੜਾ, ਪਿੰਡ, ਇੱਕ ਛੋਟਾ ਜਿਹਾ ਪਿੰਡ ਹੈ, ਇੱਥੋਂ ਦਾ ਇਹ ਵਸਨੀਕ ਹੈ। ਪਰ ਇਸ ਦੀ ਇੱਕ ਆਦਤ ਹੈ ਵੀ ਕੋਈ ਵੀ ਸਾਧੂ ਕਿਸੇ ਵੀ ਲਿਬਾਸ ਵਿੱਚ ਹੋਵੇ, ਕੋਈ ਵੀ ਪੰਡਿਤ, ਕੋਈ ਵੀ ਐਸਾ ਸਿਰ ਕੱਢ ਆਦਮੀ ਹੋਵੇ ਜਿਹੜਾ ਇਸ ਇਲਾਕੇ ਵਿੱਚ ਆਵੇ, ਇਹਦੀ ਇੱਕ ਕੋਸ਼ਿਸ਼ ਹੁੰਦੀ ਵੀ ਮੈਂ ਉਹਦੇ ਨਾਲ ਡਿਬੇਟ ਕਰਾਂ, ਚਰਚਾ ਕਰਾਂ। ਚਰਚਾ ਇਸ ਕਰਕੇ ਖੁਦ ਹੀ ਸਹੇੜਦਾ, ਖੁਦ ਹੀ ਅਗਲੇ ਨੂੰ ਇਨਵਾਈਟ ਕਰਦਾ, ਸੱਦਾ ਦਿੰਦਾ ਵੀ ਮੈਂ ਤੁਹਾਡੇ ਨਾਲ ਧਾਰਮਿਕ ਵਿਸ਼ਿਆਂ 'ਤੇ ਚਰਚਾ ਕਰਨੀ ਲੋਚਦਾ। ਜਦੋਂ ਅਗਲਾ ਸਹਿਮਤ ਹੋ ਜਾਂਦਾ ਵੀ ਇਹੋ ਜਿਹੀ ਕਿਹੜੀ ਗੱਲ ਹੈ, ਜੇ ਤੁਸੀਂ ਚਰਚਾ ਕਰਨੀ ਚਾਹੁੰਦੇ ਹੋ ਤਾਂ ਕਰ ਲਓ। ਯਾਨੀ ਜਿਹੜਾ ਇਸ ਦਾ ਚੈਲੰਜ ਕਬੂਲ ਕਰਦਾ ਹੈ ਉਸ ਦੇ ਸਾਹਮਣੇ ਇੱਕ ਬੜੀ ਅਜੀਬ ਸ਼ਰਤ ਰੱਖਦਾ
ਇਹਦੀ ਸ਼ਰਤ ਹੁੰਦੀ ਸੀ ਵੀ ਅਗਰ ਤੁਸੀਂ ਚਰਚਾ ਵਿੱਚ ਜਿੱਤ ਗਏ ਤਾਂ ਇਨਾਮ ਵਜੋਂ ਮੈਂ ਆਪਣੇ ਗ੍ਰੰਥ ਤੁਹਾਨੂੰ ਦੇ ਦਿਆਂਗਾ, ਅਗਰ ਮੈਂ ਜਿੱਤ ਗਿਆ ਤਾਂ ਤੁਹਾਨੂੰ ਆਪਣੀਆਂ ਪੁਸਤਕਾਂ ਮੈਨੂੰ ਭੇਟ ਕਰਨੀਆਂ ਪੈਣਗੀਆਂ। ਇਹੀ ਜਿੱਤ ਦੀ ਨਿਸ਼ਾਨੀ ਮੰਨੀ ਜਾਏਗੀ। ਖੋਰੇ ਕਿਤਨੇ ਹੀ ਵਿਦਵਾਨਾਂ ਨਾਲ, ਕਿਤਨੇ ਸਾਧੂਆਂ ਨਾਲ, ਕਿਤਨੇ ਐਸੇ ਸਿਰ ਕੱਢ ਵਿਅਕਤੀਆਂ ਨਾਲ ਇਸ ਨੇ ਹੁਣ ਤੱਕ ਚਰਚਾ ਕੀਤੀ। ਸਬੱਬ ਦੀ ਖੇਡ ਇਹ ਸੀ ਕਿ ਇਹਦੇ ਸਾਹਮਣੇ ਕੋਈ ਅੜ ਨਹੀਂ ਸਕਿਆ। ਇਸ ਕਰਕੇ ਇਸ ਦੇ ਅੰਦਰ ਦਾ ਹੌਸਲਾ ਹੋਰ ਵੱਧਦਾ ਗਿਆ ਵੀ ਇਹੋ ਜਿਹਾ ਕਿਹੜਾ ਵਿਦਵਾਨ ਹੈ ਜਿਹੜਾ ਮੇਰੇ ਸਾਹਮਣੇ ਟਿਕ ਸਕੇ, ਮੇਰੇ ਸਾਹਮਣੇ ਗੱਲ ਕਰ ਸਕੇ। ਇਸ ਕਰਕੇ ਦਾਨੇ ਪੁਰਖਾਂ ਨੇ ਇਹ ਨਿਚੋੜ ਮਨੁੱਖ ਦੀ ਜ਼ਿੰਦਗੀ ਦਾ ਕੱਢਿਆ ਹੈ। ਮਨੁੱਖ ਨੂੰ ਅਗਰ ਕਿਸੇ ਵੀ ਪਹਿਲੂ ਵਿੱਚ ਜਿੱਤ ਦਰ ਜਿੱਤ ਮਿਲਦੀ ਜਾਏ ਤਾਂ ਉਹ ਆਪਣਾ ਤਵਾਜ਼ਨ ਗਵਾ ਲੈਂਦਾ ਹੈ, ਉਹਦਾ ਬੈਲੈਂਸ ਵਿਗੜ ਜਾਂਦਾ ਹੈ। ਜਿਹੜੀ ਹਾਰ ਹੈ ਉਹ ਮਨੁੱਖ ਨੂੰ ਬੈਲੈਂਸ ਵਿੱਚ ਲੈ ਕੇ ਆਉਂਦੀ ਹੈ, ਤਵਾਜ਼ਨ ਬਰਕਰਾਰ ਰੱਖਦੀ ਹੈ। ਜਿਹੜੇ ਸੂਰਮੇ ਸਿਕੰਦਰ ਹੁਣ ਜਿੱਤ ਦਰ ਜਿੱਤ ਹੀ ਹਾਸਲ ਕਰਦਾ ਆਇਆ ਸੀ, ਇਸ ਕਰਕੇ ਰੁਕਿਆ ਨਹੀਂ। ਅਗਰ ਉਸ ਨੂੰ ਆਪਣੇ ਦੇਸ਼ ਤੋਂ ਚੱਲਦਿਆਂ ਦੇਸ਼ ਦੀਆਂ ਹੱਦਾਂ ਦੇ ਬਾਹਰ ਕੋਈ ਵੱਡਾ ਸੂਰਮਾ ਟੱਕਰ ਪੈਂਦਾ ਤਾਂ ਹੋ ਸਕਦਾ ਸੀ ਉਹ ਇੰਨਾ ਲੰਮਾ ਸਫ਼ਰ ਨਾ ਕਰਦਾ। ਉਹਨੂੰ ਸਮਝ ਆ ਜਾਂਦੀ ਵੀ ਇਕੱਲਾ ਦੁਨੀਆ 'ਚ ਮੈਂ ਹੀ ਸੂਰਮਾ ਨਹੀਂ, ਮੇਰੇ ਤੋਂ ਵੀ ਵੱਡੇ ਤਲਵਾਰਬਾਜ਼ ਸੰਸਾਰ ਵਿੱਚ ਮੌਜੂਦ ਨੇ। ਪਰ ਜਿਸ ਵੇਲੇ ਤਾਰੀਖਦਾਨ ਕਹਿੰਦੇ ਨੂੰ ਪੰਜਾਬ ਦੀ ਧਰਤ ਉੱਤੇ ਆਇਆ, ਪੰਚਨਾਦ ਉਦੋਂ ਇਹਨੂੰ ਕਹਿੰਦੇ ਸਨ, 5 ਦਰਿਆਵਾਂ ਦੀ ਧਰਤੀ, ਤੇ ਜੰਡਿਆਲੇ ਦੇ ਲਾਗੇ ਪੂਰਸ ਦੀਆਂ ਫੌਜਾਂ ਨੇ ਇਹਦਾ ਮੂੰਹ ਮੋੜ ਦਿੱਤਾ। ਇੱਥੋਂ ਇਸ ਦੇ ਜਰਨੈਲ ਤੇ ਸਿਪਾਹੀ ਅੱਗੇ ਜਾਣ ਤੋਂ ਝਿਜਕ ਗਏ। ਉਹਨਾਂ ਕਿਹਾ ਵੀ ਜੇ ਇਹੋ ਜਿਹਾ ਇੱਕ ਬੰਦਾ ਹੋਰ ਸਾਨੂੰ ਮਿਲਿਆ ਤੇ ਅਸੀਂ ਤਾਂ ਜਿਉਂਦੇ ਵਾਪਸ ਘਰ ਨਹੀਂ ਜਾਵਾਂਗੇ। ਅੱਗੇ ਕਿੰਨੀ ਫੌਜ ਸਾਡੀ ਰਸਤੇ 'ਚ ਤਬਾਹ ਹੋ ਚੁੱਕੀ ਹੈ ਵੱਖ-ਵੱਖ ਥਾਵਾਂ 'ਤੇ, ਇਹਦੋਂ ਅੱਗੇ ਨਹੀਂ। ਠੀਕ ਹੈ, ਅਸੀਂ ਤੁਹਾਡੇ ਕਹਿਣ 'ਤੇ ਇੱਕ ਮੁਲਕ ਤੋਂ ਦੂਜੇ, ਦੂਜੇ ਤੋਂ ਤੀਜੇ ਇਲਾਕੇ, ਤੀਜੇ ਤੋਂ ਚੌਥੇ, ਇੰਨੀ ਦੂਰ ਆ ਗਏ ਹਾਂ। ਜੇ ਇਹੋ ਜਿਹੀ ਲੜਾਕੀ ਫੌਜ ਇੱਕ ਵਾਰ ਹੋਰ ਮਿਲ ਗਈ ਤਾਂ ਸਾਡਾ ਹਸ਼ਰ ਕੀ ਹੋਏਗਾ। ਜਾਨੀ ਭਰਮ ਟੁੱਟ ਗਿਆ, ਜਰਨੈਲਾਂ ਦਾ ਭਰਮ ਟੁੱਟ ਗਿਆ, ਫੌਜ ਦਾ ਭਰਮ ਟੁੱਟ ਗਿਆ ਵੀ ਅਸੀਂ ਅਜਿੱਤ ਹਾਂ, ਸਾਨੂੰ ਕੋਈ ਜਿੱਤ ਨਹੀਂ ਸਕਦਾ। ਬ੍ਰਹਮਦਾਸ ਦਾ ਪਹਿਲਾਂ ਭਰਮ ਕਦੇ ਨਹੀਂ ਸੀ ਟੁੱਟਿਆ। ਇਸ ਨੇ ਉਸੇ ਹੀ ਖਿਆਲ ਨਾਲ ਗੁਰੂ ਨਾਨਕ ਸਾਹਿਬ ਨੂੰ ਸੱਦਾ ਨਿਉਂਤਾ ਦਿੱਤਾ, ਜੀ ਮੇਰੇ ਨਾਲ ਤੁਸੀਂ ਧਾਰਮਿਕ ਵਿਸ਼ਿਆਂ 'ਤੇ ਚਰਚਾ ਕਰੋ। ਹਜ਼ੂਰ ਮੁਸਕਰਾ ਪਏ। ਪਾਤਸ਼ਾਹ ਨੇ ਕਿਹਾ, ਪੰਡਿਤ ਜੀ ਸਾਡੇ ਕੋਲ ਤਾਂ ਤੁਹਾਨੂੰ ਦੇਣ ਵਾਸਤੇ ਅਜਿਹੀਆਂ ਕੋਈ ਪੁਸਤਕਾਂ ਜਾਂ ਗ੍ਰੰਥ ਨਹੀਂ ਹਨ ਵੀ ਜਿਨ੍ਹਾਂ ਨੂੰ ਪਾ ਕੇ ਤੁਸੀਂ ਨਿਸ਼ਾਨੀ ਵਜੋਂ ਰੱਖ ਸਕੋ ਕਿ ਅਸੀਂ ਚਰਚਾ ਜਿੱਤ ਗਏ ਹਾਂ, ਅਤੇ ਤੁਹਾਡੀਆਂ ਪੁਸਤਕਾਂ ਮੇਰੇ ਕਿਸੇ ਕੰਮ ਦੀਆਂ ਨਹੀਂ ਹਨ। ਤੁਸੀਂ ਵਿਦਵਾਨ ਹੋ, ਪੜ੍ਹਨ ਵਾਲੇ ਹੋ, ਇਹ ਤੁਹਾਡੇ ਕੋਲ ਸ਼ੋਭਦੀਆਂ ਨੇ, ਇਹਨਾਂ ਨੂੰ ਲੈ ਕੇ ਮੈਂ ਕੀ ਕਰਾਂਗਾ। ਸੋ ਮੇਰੀ ਇੱਛਾ ਤੁਹਾਡੇ ਕੋਲੋਂ ਕੋਈ ਪੁਸਤਕਾਂ ਲੈਣ ਦੀ ਨਹੀਂ ਅਤੇ ਤੁਹਾਨੂੰ ਦੇਣ ਵਾਸਤੇ ਮੇਰੇ ਕੋਲ ਕੋਈ ਐਸਾ ਇਨਾਮ ਨਹੀਂ। ਅਤੇ ਰਹੀ ਗੱਲ ਅਗਲੀ ਚਰਚਾ ਕਰਨ ਦੀ, ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੇ ਪ੍ਰੇਮ ਪੂਰਵਕ ਉਪਦੇਸ਼ ਦਿੱਤਾ। ਸਾਖੀਕਾਰ ਲਿਖਦੇ ਨੇ ਇਹ ਸ਼ਲੋਕ ਸੱਚੇ ਪਾਤਸ਼ਾਹ ਨੇ, ਜਾਂ ਉਹ ਕਹਿ ਲਓ ਇਸ ਸ਼ਲੋਕ ਦਾ ਉਪਦੇਸ਼ ਮਹਾਰਾਜ ਨੇ ਪੰਡਿਤ ਬ੍ਰਹਮਦਾਸ ਨੂੰ ਸੁਣਾਇਆ। ਪਾਤਸ਼ਾਹ ਫਰਮਾ ਰਹੇ ਨੇ, ਪੜ੍ਹ ਪੜ੍ਹ ਗੱਡੀ ਲੱਦੀਆਂ ਵੀ ਜੇ ਸਾਰੀ ਜ਼ਿੰਦਗੀ ਪੜ੍ਹ ਪੜ੍ਹ ਕੇ ਯਾਦ ਰੱਖੀਏ। ਇੱਥੇ ਮਹਾਰਾਜ ਵਿੱਦਿਆ ਪੜ੍ਹਨ, ਵਿੱਦਿਆ ਪੜ੍ਹਾਉਣ ਨੂੰ, ਐਜੂਕੇਸ਼ਨ ਨੂੰ ਨਕਾਰ ਨਹੀਂ ਰਹੇ। ਕਈ ਵਾਰ ਆਪਾਂ ਇਹਨਾਂ ਪੰਕਤੀਆਂ ਨੂੰ ਇਸ ਵੇ ਵਿੱਚ ਵਰਤ ਲੈਂਦੇ ਹਾਂ। ਸਤਿਗੁਰੂ ਨੇ ਇਹ ਵੀ ਤਾਂ ਕਿਹਾ ਨਾ ਬਾਣੀ 'ਚ, ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਣਾ, ਵੀ ਗੱਲ ਨੂੰ ਸਮਝਣਾ ਵੀ ਹੈ। ਵੀ ਪੜ੍ਹਨਾ ਤਾਂ ਪਹਿਲਾ ਸਟੈਪ ਹੈ, ਜਿਹੜਾ ਪਹਿਲੇ ਸਟੈਪ 'ਤੇ ਰੁਕ ਗਿਆ ਹੈ, ਪਹਿਲੇ ਕਦਮ ਦੇ ਉੱਤੇ ਜਿਸ ਨੇ ਆਪਣੇ ਕਦਮ ਰੋਕ ਲਏ ਅਤੇ ਇਹ ਸਮਝ ਲਿਆ ਵੀ ਮੈਨੂੰ ਸਮਝਣ ਦੀ ਲੋੜ ਨਹੀਂ, ਮੈਨੂੰ ਕੁਝ ਬੁੱਝਣ ਦੀ ਲੋੜ ਨਹੀਂ, ਜਾਂ ਫਿਰ ਅੱਗੇ ਕਮਾਉਣ ਦੀ ਲੋੜ ਨਹੀਂ, ਮੈਂ ਪੜ੍ਹ ਲਿਆ ਇੰਨਾ ਕਾਫੀ ਹੈ। ਇਹ ਬਚਨ ਉਹਨਾਂ ਵਾਸਤੇ ਨੇ। ਜਾਂ ਜਿਹੜਾ ਵਿਅਕਤੀ ਵਿੱਦਿਆ ਦੇ ਗਰੂਰ ਅਤੇ ਹੰਕਾਰ ਦੇ ਵਿੱਚ ਹੈ, ਇਹ ਬਚਨ ਉੱਥੇ ਲਾਗੂ ਹੁੰਦੇ ਨੇ, ਐਜੂਕੇਸ਼ਨ 'ਤੇ ਲਾਗੂ ਨਹੀਂ। ਇਹਦਾ ਮਤਲਬ ਇਹ ਨਹੀਂ ਮਹਾਰਾਜ ਕਹਿ ਰਿਹਾ ਵੀ ਕੋਈ ਐਜੂਕੇਸ਼ਨ, ਕੋਈ ਸਿੱਖਿਆ, ਕੋਈ ਵਿੱਦਿਆ ਇਹ ਜੀਵ ਨੂੰ ਹਾਸਲ ਨਹੀਂ ਕਰਨੀ ਚਾਹੀਦੀ, ਐਸਾ ਮਤਲਬ ਨਹੀਂ ਹੈ ਮਹਾਰਾਜ ਦਾ। ਸਤਿਗੁਰੂ ਆਪ ਵੀ ਫਾਰਸੀ
अरबी, संस्कृत, ब्रज हर भाषा पढ़े हुए सन। उन्हां दी मुबारक बाणी नूं पढ़ो, राग विद्या दे जाणू सन। खैर वो तो सतगुरु महाराज सच्चे पातशाह ने, गुरु अंगद साहब सच्चे पातशाह ने खडूर साहब की धरती के उत्ते आप पाठशाला खोली तो आप महाराज गुरमुखी पढ़ाते सन बच्चों को। पर इत्थे जो भाव है उसनों समझण दा आपां यतन करिए। सतगुरु ने फरमाया पढ़ पढ़ गड्डी लद्दियां। जे असी पढ़ पढ़ के इन्नियां पुस्तकां पढ़ लईए भी उन्होंने गड्डियां ते लद्दिया जा सके। पढ़ पढ़ भरियां साथ जखीरा इकट्ठा कर लईए, बहुत ढेर ला लईए, इन्नियां पुस्तकां पढ़ियां जाण भी ढेरां दे ढेर लग जाण साडे लागे। फिर हजूर फरमाउंदे ने पढ़ पढ़ बेड़ी पाई है। बेड़ी भर जिवें मनुख ने एक जगह तो दूजी जगह जाना हो, तो मान लो नदी जां दरिया लंघना हो तो बेड़ी भर के किताबां दी नाल लैके जाए, एडा विद्वान होवे। पढ़ पढ़ गड्डियां खात। खात कहते हैं, जो आप शब्द वरतते हैं खूह खाता। खाते का मतलब टोआ होंदा, डूंगा टोआ, खूह वर्गा। टोयां दे टोए भर लै जाण। पढ़ियां जेते बरस बरस, सालां दे साल जिंदगी दे पढ़न दे उत्ते ला दिते जाण। पढ़ियां जेते मास ते जिन्ने भी महीने ने जिंदगी दे विच आउंदे, जिन्ना सानू जीवन मिलिया, जिन्ने साल ने ते जिन्ने महीने ने साल दे, सारे दे सारे पढ़न उत्ते खर्च हो जाण। पढ़ी है जेती आरजा। आरजा का मतलब है औद, उम्र, आयु, लाइफ। जिन्नी साडी उम्र है सारी उम्र असी पढ़ते ही तुरे चलीए। साडा समा होर किते अजाई जाए ही ना। पढ़िया जेते साह। जेते मतलब जिन्ने भी साह ने ना साडी जिंदगी दे, एक साह भी इधर उधर व्यर्थ ना जावे, वेस्ट ना होवे, खर्च ना होवे। हर साह जिहड़ा है वो पढ़न दे उत्ते ही लगे। सतगुरु महाराज ने समझाया, नानक लेखा एक गल। लेखे का मतलब है खाते च, अकाउंट च। गिणती च किहड़ी चीज़ है? वो है जो असी कमाया है, उहदे च जो असी ऑब्जर्व किया, जो असी जीविया है। अगर उसनू जीविया नहीं तो वह पढ़िया होया साडा नहीं, वो साडे काम नहीं आएगा। ये उवें दी खेड है जिवें साडे कोल धन ते है, घर होंदा है, धन जग भुखा मुआ। एक मनुख ना सफ़र ते है, उहदी जेब विच पैसे ने, उहनूं भुख भी लगी है, पर वो पैसा खर्च के खाना नहीं खरीददा, भुखा ही सफ़र करी जाता है। अखीर की हुंदा है, शरीर की तो डिमांड है जी, शरीर नूं तां एनर्जी चाहिए है, भोजन चाहिए, भोजन नहीं मिलिया तो वह मनुख गश खा के जमीन पर डिग पिया, भुख नाल उहदे प्राण निकल गए, पैसे उहदी जेब च ही रह गए। हुण वो पैसे उहदे काम नहीं आए, पैसे सन खर्च नहीं किए। अगर उन्हां पैसों के विचों वो कुछ पैसे खर्च करके भोजन खरीद लैंदा, पानी लै लैंदा, भोजन खा के पानी पी के शरीर नूं ताकत देंदा, तो वह मंजिल ते भी पहुँच जाता तो मौत भी ना मिलती। पैसे जिउंदे त्यों पए रहे, पर उन्हें खर्च नहीं किए। विद्या, ज्ञान, ये जीवन दे विच खर्च करने वाली वस्तु है। अगर इसनूं खर्च नहीं किया गया, अगर इस दी वरतों जीवन विच नहीं की गई, तो चंगा विहार पैदा नहीं होएगा, चंगी सोच पैदा नहीं होएगी, चंगी समझ पैदा नहीं होएगी। अगर चंगी समझ मनुख नूं नहीं है तो वह कर्म किवें सुधरेगा, विहार किवें सुधरेगा। इस करके महाराज ने क्या पढ़िया ना ही भेद बुझे पावन, कि जो पढ़िया उसनूं बुझना भी है। पढ़ सुन बुझ विचार, कि उसनूं जानना, फिर उसनूं खर्चना अपने जीवन अंदर। ये मेरे जीवन लई है, इसनूं मैं वरतां अपनी जिंदगी दे अंदर। अगर इसनूं मैं पढ़िया है तो इसनूं मैं जी के वेखां, मान के वेखां।
ਇੱਕ ਵਿਚਾਰਵਾਨ ਨੇ ਅੰਕਿਤ ਕੀਤਾ ਹੈ, ਉਹ ਕਹਿੰਦਾ ਹੈ ਵੀ ਕਿਸੇ ਲੋੜਵੰਦ ਨੂੰ ਵੇਖਿਆ ਕਿਸੇ ਮਨੁੱਖ ਨੇ ਵੀ ਇਹਦੇ ਘਰ ਕਈ ਦਿਨਾਂ ਤੋਂ ਚੁੱਲ੍ਹੇ ਵਿੱਚ ਅੱਗ ਨਹੀਂ ਬਲੀ, ਯਾਨੀ ਕਿ ਇਹਨਾਂ ਕੋਲ ਖਾਣ ਵਾਸਤੇ ਕੁਝ ਨਹੀਂ। ਉਹਨੂੰ ਦਇਆ ਆਈ। ਵੈਸੇ ਵੀ ਇਨਸਾਨੀ ਫਰਜ਼ ਬਣਦਾ ਵੀ ਕੋਈ ਲੋੜਵੰਦ ਹੈ, ਅਗਰ ਤੁਸੀਂ ਕਰ ਸਕਦੇ ਹੋ ਉਸ ਵਾਸਤੇ ਤਾਂ ਕੁਝ ਕਰੋ, ਇਹ ਇਨਸਾਨ ਦਾ ਸੁਭਾਅ ਚਾਹੀਦਾ। ਉਹਨੇ ਕੀ ਕੀਤਾ, ਉਹ ਦੁਕਾਨ 'ਤੇ ਗਿਆ, ਬਾਜ਼ਾਰ ਗਿਆ ਅਤੇ ਕੁਝ ਸੁੱਕੀ ਰਸਦ, ਕੁਝ ਆਟਾ ਖਰੀਦਿਆ, ਘਿਓ ਖਰੀਦਿਆ, ਖੰਡ ਆਦਿ ਚੀਜ਼ਾਂ ਜੋ ਰਸੋਈ 'ਚ ਰੋਟੀ ਪਾਣੀ ਦਾਲ ਸਬਜ਼ੀ ਲਈ ਕੰਮ ਆਉਂਦੀਆਂ, ਉਹ ਰਸਦ ਉਹਨੇ ਖਰੀਦੀ ਅਤੇ ਲਿਆ ਕੇ ਉਹਨੂੰ ਦੇ ਕੇ ਕਹਿੰਦਾ ਵੀ ਭਾਈ ਤੂੰ ਪ੍ਰਸ਼ਾਦਾ ਬਣਾ ਕੇ ਛਕ। ਕਮਾਲ ਦੀ ਗੱਲ ਇਹ ਸੀ, ਉਹ ਬੰਦਾ ਅੱਗੋਂ ਸਿਰੇ ਦਾ ਆਲਸੀ, ਉਹਨੇ ਆਟਾ ਹੀ ਨਹੀਂ ਗੁੰਨਿਆ, ਚੁੱਲ੍ਹੇ 'ਚ ਅੱਗ ਫਿਰ ਵੀ ਨਹੀਂ ਬਾੜੀ। ਹੁਣ ਗੁਆਂਢੀ ਨੇ ਵੇਖਿਆ ਵੀ ਇਹਦੇ ਚੁੱਲ੍ਹੇ 'ਚ ਅੱਗ ਨਹੀਂ ਬਲੀ, ਗੱਲ ਕੀ? ਉਹਨੇ ਪੁੱਛਿਆ ਤੂੰ ਤੰਦਰੁਸਤ ਹੈ, ਕਿਤੇ ਬਿਮਾਰ ਤਾਂ ਨਹੀਂ? ਨਹੀਂ, ਕਹਿੰਦਾ ਨਹੀਂ, ਬਿਲਕੁਲ ਠੀਕ ਹਾਂ। ਫਿਰ ਉਸ ਮਨੁੱਖ ਨੇ ਉਹਨੂੰ ਫਿਟਕਾਰ ਪਾਈ, ਕਹਿਣ ਲੱਗਿਆ ਵੀ ਹੱਦ ਹੈ, ਤੰਦਰੁਸਤ ਵੀ ਹੈ ਤੂੰ, ਪਹਿਲਾਂ ਤੇਰੇ ਕੋਲ ਬਹਾਨਾ ਸੀ ਵੀ ਰਸਦ ਨਹੀਂ, ਹੁਣ ਮੈਂ ਰਸਦ ਵੀ ਲਿਆ ਕੇ ਦਿੱਤੀ, ਵੀ ਕਮ ਅਜ਼ ਕਮ ਇੰਨੀ ਤੇ ਕੋਸ਼ਿਸ਼ ਕਰ ਵੀ ਦਾਲ ਧਰ ਲੈ, ਆਟਾ ਗੁੰਨ ਕੇ ਅੱਗ ਬਾਲ ਕੇ ਰੋਟੀਆਂ 4 ਲਾ ਲੈ, ਤੇਰੀ ਭੁੱਖ ਦੂਰ ਹੋਵੇ। ਇਸ ਤਰ੍ਹਾਂ ਤਾਂ ਤੂੰ ਮਰ ਜਾਏਗਾ। ਅਤੇ ਹੁਣ ਤੂੰ ਬਹਾਨਾ ਨਹੀਂ ਕਰ ਸਕਦਾ ਵੀ ਮੈਨੂੰ ਕੁਝ ਮਿਲਿਆ ਨਹੀਂ। ਹੁਣ ਅਗਰ ਤੂੰ ਮਰੇਗਾ ਨਾ, ਤਾਂ ਭੁੱਖ ਨਾਲ ਨਹੀਂ, ਆਪਣੇ ਆਲਸ ਨਾਲ ਮਰੇਗਾ। ਲੋਕ ਕਹਿਣਗੇ ਭੁੱਖਾ ਮਰ ਗਿਆ, ਪਰ ਬੇਸਿਕਲੀ ਤੂੰ ਮਰਨਾ ਹੈ ਆਪਣੇ ਆਲਸ ਕਰਕੇ, ਭੁੱਖੇ ਨਹੀਂ ਮਰਨਾ। ਕਿਉਂਕਿ ਭੁੱਖ ਦੂਰ ਕਰਨ ਦੇ ਸਾਧਨ ਮੈਂ ਤੈਨੂੰ ਦੇ ਦਿੱਤੇ ਨੇ, ਰਸਦ ਤੈਨੂੰ ਦੇ ਦਿੱਤੀ ਹੈ। ਹੁਣ ਤੂੰ ਆਪਣੇ ਆਲਸ ਕਰਕੇ ਭੁੱਖਾ ਰਹੇ ਤੇ ਗੱਲ ਵੱਖਰੀ ਹੈ, ਰਸਦ ਤੇਰੇ ਕੋਲ ਮੌਜੂਦ ਹੈ। ਰੱਬੀ ਰਹਿਬਰਾਂ ਨੇ, ਰੱਬ ਦੇ ਬੰਦਿਆਂ ਨੇ ਜੋ ਉਹਨਾਂ ਨੇ ਕਮਾਇਆ ਨਾ, ਉਹਨੂੰ ਰਸਦ ਦੇ ਰੂਪ ਵਿੱਚ ਸਾਡੇ ਸਾਹਮਣੇ ਆਪਣਾ ਉਪਦੇਸ਼, ਆਪਣਾ ਗਿਆਨ ਰੱਖਿਆ। ਆਖਿਆ ਇਸ ਨੂੰ ਪਕਾਉਣਾ, ਸਤਸੰਗ ਵਿੱਚ ਬੈਠਣਾ, ਸਾਡੇ ਬਚਨ ਪੜ੍ਹਿਆ ਕਰਨੇ, ਸਾਡੇ ਬਚਨ ਤੁਸੀਂ ਗਾਇਆ ਕਰਨੇ, ਇਹਨਾਂ ਬਚਨਾਂ ਦਾ ਤੁਸੀਂ ਆਨੰਦ ਲੈਣਾ ਅਤੇ ਇਹਨੂੰ ਆਪਣੇ ਜੀਵਨ 'ਚ ਖਰਚਣਾ। ਅਸੀਂ ਇਹੋ ਜਿਹੀ ਰਸਦ ਤੁਹਾਨੂੰ ਦੇ ਚੱਲੇ ਹਾਂ, ਜਿੰਨੀ ਮਰਜ਼ੀ ਖਾਓ, ਖਾਵੈਂ ਖਰਚੈਂ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ, ਮੁੱਕੇਗੀ ਨਹੀਂ, ਤਾਂ ਕਿ ਤੁਹਾਡੇ ਜੀਵਨ ਦੀ ਤ੍ਰਿਪਤੀ ਹੋ ਸਕੇ, ਆਤਮਿਕ ਭੁੱਖ ਦੂਰ ਹੋਵੇ, ਤੁਹਾਡੀ ਜ਼ਿੰਦਗੀ ਦੇ ਅੰਦਰ ਚੇਤਨਾ ਪੈਦਾ ਹੋਵੇ, ਸਮਝ ਉਪਜੇ, ਚੰਗਿਆਈ ਆਵੇ, ਪੁੰਨ ਆਵੇ, ਭਲਾ ਆਵੇ, ਧਰਮ ਆਵੇ। ਹੁਣ ਅਗਰ ਇਸ ਨੂੰ ਮੈਂ ਨਹੀਂ ਖਾਂਦਾ, ਅਗਰ ਇਸ ਨੂੰ ਮੈਂ ਨਹੀਂ ਪਹੁੰਚਦਾ, ਤਾਂ ਇਹ ਸਤਿਗੁਰੂ ਦਾ ਬਚਨ ਮੇਰੇ ਉੱਤੇ ਲਾਗੂ ਹੁੰਦਾ ਹੈ। ਘਰ ਹੁੰਦਾ ਹੈ ਧਨ ਜਗ ਭੁੱਖਾ ਭੁਆ, ਵੀ ਧਨ ਤੇ ਹੈ, ਪਕਵਾਨ ਤੇ ਘਰ ਵਿੱਚ ਪਿਆ ਹੈ, ਪਰ ਜੇ ਮੈਂ ਉਹ ਖਾ ਨਹੀਂ ਰਿਹਾ ਤਾਂ ਉਹਦੇ ਵਿੱਚ ਅੜਚਣ ਅਤੇ ਅੜਿੱਕਾ, ਰੁਕਾਵਟ ਜਿਹੜੀ ਹੈ ਉਹ ਮੇਰਾ ਆਲਸ ਹੈ, ਮੇਰਾ ਦਰਿਦਰ ਹੈ। ਸਤਿਗੁਰੂ ਮਹਾਰਾਜ ਨੇ ਬਚਨ ਬ੍ਰਹਮਦਾਸ ਨੂੰ ਸੁਣਾਏ। ਆਖਿਆ ਲੇਖਾ ਇੱਕ ਗੱਲ, ਖਾਤੇ ਵਿੱਚ ਗਿਣਤੀ ਵਿੱਚ ਇੱਕੋ ਹੀ ਗੱਲ ਹੈ, ਉਹ ਕਿਹੜੀ? ਜੋ ਤੁਸੀਂ ਪੜ੍ਹਿਆ ਹੈ ਉਸ ਨੂੰ ਬੁੱਝ ਕੇ ਅਗਰ ਜੀਵਨ ਵਿੱਚ ਕਮਾ ਲਿਆ, ਅਗਰ ਉਹ ਜੀਵਨ ਦੇ ਭਲੇ ਲਈ ਹੈ ਅਤੇ ਜੀਵਨ ਦੇ ਕੰਮ ਆ ਗਿਆ, ਉਹ ਤੁਹਾਡੇ ਖਾਤੇ 'ਚ ਹੈ। ਵਰਨਾ ਪੰਡਿਤ ਜੀ ਤੁਸੀਂ ਜਿਤਨਾ ਮਰਜ਼ੀ ਦਾਅਵਾ ਕਰੋ, ਮੈਂ ਇਤਨੀਆਂ ਪੁਸਤਕਾਂ ਪੜ੍ਹੀਆਂ ਹਨ, ਇਤਨੇ ਵੇਦ ਪੜ੍ਹੇ ਹਨ, ਇਤਨੇ ਧਰਮ ਗ੍ਰੰਥ ਪੜ੍ਹੇ ਹਨ, ਮੈਂ ਇਤਨੇ ਟੀਕੇ ਭਾਸ਼ ਪੜ੍ਹੇ ਹਨ, ਮੈਂ ਇਤਨਾ ਜਾਣਕਾਰ ਹਾਂ, ਇਹ ਸਾਰੀਆਂ ਚੀਜ਼ਾਂ ਤੁਹਾਡੇ ਆਪਣੇ ਕੰਮ ਹੀ ਨਹੀਂ ਆਈਆਂ, ਅਤੇ ਕਿਸੇ ਕੋਲ ਦਾਅਵਾ ਕਰਕੇ ਕੀ ਕਰੋਗੇ? ਕਿਸੇ ਦੇ ਕੰਮ ਕੀ ਆਉਣਗੀਆਂ? ਵੀ ਮੈਂ ਤਾਂ ਪੜ੍ਹੀਆਂ ਨੇ, ਜੇ ਮੇਰੇ ਕੰਮ ਨਹੀਂ ਆਈਆਂ, ਤੁਹਾਨੂੰ ਮੈਂ ਦੱਸਾਂ ਵੀ ਮੈਂ ਇੰਨੀਆਂ ਪੜ੍ਹੀਆਂ, ਇੰਨੀਆਂ, ਤੁਹਾਡੇ ਕਿਹੜੇ ਕੰਮ ਨੇ ਉਹ? ਤੁਹਾਨੂੰ ਤਾਂ ਮੈਂ ਆਲਰੇਡੀ ਕੇਵਲ ਦਾਅਵਾ ਹੀ ਕਰ ਰਿਹਾ ਨਾ ਵੀ ਮੈਂ ਇੰਨਾ ਪੜ੍ਹ ਲਿਆ, ਉਹ ਦੱਸਿਆ ਤੁਹਾਡੇ ਕਿਸੇ ਕੰਮ ਨਹੀਂ। ਜੇ ਮੇਰੇ ਪੜ੍ਹਨ ਵਾਲੇ ਦੇ ਕੰਮ ਨਹੀਂ ਆਇਆ, ਜੇ ਉਸ ਵਿੱਚੋਂ ਮੈਂ ਕੁਝ ਗ੍ਰਹਿਣ ਨਹੀਂ ਕੀਤਾ, ਤੇ ਤੁਸੀਂ ਉਹਦੇ ਵਿੱਚੋਂ ਕੀ ਗ੍ਰਹਿਣ ਕਰ ਸਕਦੇ ਹੋ? ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਰਮਾ ਰਹੇ ਨੇ,
ਬਿਨਾਂ ਕਮਾਏ ਤੋਂ। ਬਾਕੀ ਕੀ ਹੈ? ਹੋਰ ਹਉਮੈ ਝਖਣਾ ਝਾਕ। ਬਾਕੀ ਹਉਮੈ ਦੀਆਂ ਝੱਖਾਂ ਦਾ ਮਤਲਬ ਹੁੰਦਾ ਵਿਅਰਥ ਬੋਲ, ਦਾਅਵੇ ਵਾਲੇ, ਹੰਕਾਰ ਭਰੇ, ਫੋਕੇ ਬੋਲ ਬੋਲੀ ਜਾਣੇ। ਵੀ ਐਸੇ ਬਚਨ ਜਿਨ੍ਹਾਂ ਵਿੱਚ ਸਿਵਾਏ ਝੂਠੇ ਦਾਅਵਿਆਂ ਤੋਂ, ਸਿਵਾਏ ਆਪਣੀ ਵਡਿਆਈ ਤੋਂ, ਆਪਣੀ ਹਉ ਤੋਂ ਕੁਝ ਨਾ ਹੋਵੇ, ਉਹਨੂੰ ਝੱਖ ਮਾਰਨਾ ਕਿਹਾ। ਵੀ ਲਿਮਟ ਤੋਂ ਵੱਧ ਗੱਲ ਕਰਨਾ। ਮੇਰੀ ਇੰਨੀ ਕਪੈਸਿਟੀ ਨਹੀਂ, ਪਰ ਮੈਂ ਉਨੀ ਗੱਲ ਕਰਦਾ। ਮੈਂ ਪਹੁੰਚਿਆ ਹੋਇਆ ਹਾਂ, ਮਹਿਲ ਨਾ ਪਾਵੈ ਕਹਿ ਤੋ ਬਹੁਤਾ। ਸਤਿਗੁਰੂ ਕਹਿੰਦੇ ਅਗਰ ਕਮਾਇਆ ਨਹੀਂ ਤੇ ਉਹ ਸਾਰਾ ਪੜ੍ਹਿਆ, ਸਾਰੀ ਕੀਤੀ ਮਿਹਨਤ, ਸਾਰਾ ਕੀਤਾ ਯਤਨ, ਉਹ ਕਿਸ ਲੇਖੇ ਵਿੱਚ ਹੈ? ਬੇਅਰਥ। ਉਹਦਾ ਕੋਈ ਮਤਲਬ ਨਹੀਂ। ਉਹ ਸਵਾਏ ਝੱਖਾਂ ਮਾਰਨ ਦੇ ਹੋਰ ਕਿਸੇ ਕੰਮ ਨਹੀਂ ਆ ਸਕਦਾ। ਸਵਾਏ ਝੂਠੇ ਦਾਅਵੇ ਬੰਨਣ ਦੇ, ਸਵਾਏ ਆਪਣੀ ਹਉਂ ਦਾ ਪ੍ਰਗਟਾਵਾ ਕਰਨ ਦੇ ਕਿਸੇ ਹੋਰ ਕੰਮ ਨਹੀਂ ਆ ਸਕਦਾ। ਇਸ ਵਾਸਤੇ ਸਮੁੱਚੇ ਸ਼ਲੋਕ ਵਿੱਚ ਅਗਲਾ ਸ਼ਲੋਕ ਥੋੜ੍ਹਾ ਲੰਮੇਰਾ ਹੈ, ਉਸ ਨੂੰ ਆਪਾਂ ਅਗਲੇ ਦੀਵਾਨ ਵਿੱਚ ਵਿਚਾਰਾਂਗੇ। ਇਹਦੇ ਨਾਲ ਹੀ ਉਸ ਸ਼ਲੋਕ ਨੂੰ ਮਹਾਰਾਜ ਨੇ ਦਰਜ ਕੀਤਾ ਹੈ ਅਤੇ ਉਸ ਸ਼ਲੋਕ ਵਿੱਚ ਸਤਿਗੁਰੂ ਪਾਤਸ਼ਾਹ ਨੇ ਹੋਰ ਬਹੁਤੇਰੇ ਕਰਮ ਕਾਂਡਾਂ ਦਾ ਜ਼ਿਕਰ ਕੀਤਾ, ਜਿਹੜੇ ਅਸੀਂ ਆਮ ਜੀਵਨ ਵਿੱਚ ਵੇਖਦੇ, ਆਲੇ ਦੁਆਲੇ 'ਚ ਪਸਰੇ ਵੇਖਦੇ ਹਾਂ, ਜਿਨ੍ਹਾਂ ਨੂੰ ਕਰਕੇ ਮਨੁੱਖ ਇਹ ਸੋਚਦਾ ਵੀ ਇਹਦੇ ਨਾਲ ਹੁਣ ਮੈਂ ਵੱਡਾ ਹੋ ਗਿਆ। ਮਹਾਰਾਜ ਕਹਿੰਦੇ ਨੇ ਅਸਲ ਵਿੱਚ ਮਨੁੱਖ ਉਹਨਾਂ ਕਰਮਾਂ ਨੂੰ ਅਗਿਆਨ ਕਰਕੇ ਕਰਦਾ ਹੈ ਅਤੇ ਕਰਨ ਤੋਂ ਬਾਅਦ ਫਿਰ ਝੂਠੇ ਦਾਅਵੇ ਕਰਨ ਲੱਗ ਜਾਂਦਾ ਹੈ। ਪਰ ਜਿਹੜੀ ਅਸਲ ਵਸਤੂ ਹੈ ਜੀਵਨ ਵਿੱਚ ਕਮਾਉਣ ਵਾਲੀ, ਉਹ ਸੀ ਪਰਮੇਸ਼ਰ ਦੀ ਸਿਫਤ, ਵਾਹਿਗੁਰੂ ਦਾ ਨਾਮ। ਉਸ ਦਾ ਪੱਲਾ ਛੱਡ ਕੇ ਮਨੁੱਖ ਝੂਠੇ ਦਾਅਵਿਆਂ ਵਿੱਚ ਫਸ ਗਿਆ ਅਤੇ ਉਹਨਾਂ ਝੂਠੇ ਦਾਅਵਿਆਂ ਨੇ ਮਨੁੱਖ ਦੇ ਅੰਦਰ ਖਿਝ ਤੋਂ ਬਿਨਾਂ, ਹਉਂ ਤੋਂ ਬਿਨਾਂ ਇਹਨੂੰ ਕੋਈ ਤੱਤ ਸਾਰ ਨਹੀਂ ਦਿੱਤਾ। ਅਤੇ ਇਸ ਨੂੰ ਮਹਾਰਾਜ ਅੱਗੇ ਸ਼ਬਦ ਇੱਕ ਵਰਤਣਗੇ, ਵਗੁੱਤਾ, ਖੁਆਰ ਹੋਣਾ। ਇਹ ਸਾਰੇ ਕਰਮ ਜਿਹੜੇ ਹਨ ਉਹ ਖੁਆਰੀ ਦੇ ਕਰਮ ਹਨ। ਸਾਹਿਬ ਕਿਰਪਾ ਕਰਨ। ਅਗਲੇਰਾ ਸ਼ਲੋਕ ਕੱਲ੍ਹ ਦੇ ਦੀਵਾਨ ਵਿੱਚ ਵਿਚਾਰਨ ਦਾ ਯਤਨ ਰਹੇਗਾ। ਭੁੱਲ ਚੁੱਕ ਦੀ ਖਿਮਾ। ਸਤਿਗੁਰੂ ਮਹਾਰਾਜ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।